ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਇਹ ਜੀਵ ਦੀ ਪਿਛਲੀ ਭਗਤੀ ਦਾ ਫਲ ਇਸ ਮਨੁੱਖਾ ਦੇਹੀ ਦੇ ਵਿੱਚ ਦਿੱਤਾ ਕਿ ਭਾਈ ਪਰਮਾਤਮਾ ਦੀ ਪ੍ਰਾਪਤੀ ਕਰਨੀ ਆ ਤੇ ਸੰਸਾਰ ਦੀ ਨਿਵਰਤੀ ਕਰਨੀ ਹੈ। ਔਰ ਇਸੇ ਹੀ ਭਾਵਨਾ ਦੀ ਪੂਰਤੀ ਵਾਸਤੇ ਸਤਿਗੁਰੂ ਉਪਦੇਸ਼ ਕਰਦੇ ਨੇ। ਇਕ ਓੰਕਾਰ ਸਤਿਗੁਰ ਪ੍ਰਸਾਦ ਅਗਮ ਅਗੋਚਰਾ ਤੇਰਾ ਅੰਤ ਨ ਪਾਇਆ ਅੰਤ ਨ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ। ਅਗਮ ਜਿਹੜਾ ਗਮਤਾ ਆਵਾਗਮਨ ਤੋਂ ਪਰੇ ਆ, ਅਗੋਚਰ ਜਿਹੜਾ ਦੇਖਣੀ ਤੋਂ ਵੀ ਪਰੇ ਆ। ਇਹਨਾਂ ਨੇਤਰਾਂ ਦੇ ਨਾਲ ਅਸਥੂਲ ਦਿਸਦਾ, ਰੰਗ ਦਿਸਦਾ, ਸੰਸਾਰ ਦਿਸਦਾ, ਪਰ ਉਹ ਪਰਮੇਸ਼ਰ ਪਰਮਾਤਮਾ ਇਹਨਾਂ ਨੇਤਰਾਂ ਦੇ ਨਾਲ ਨਹੀਂ ਦਿਸਦਾ। ਸੋ ਮਹਾਰਾਜ ਇਸੇ ਕਰਕੇ ਹੀ ਉਪਦੇਸ਼ ਕਰਦੇ ਨੇ ਕਿ ਭਾਈ ਇਹਨਾਂ ਗਿਆਨ ਇੰਦਰੀਆਂ ਤੋਂ ਪਰੇ ਜਿਹੜਾ ਪਰਮਾਤਮਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਦਾ ਤੇ ਭਾਈ ਆਨੰਦ ਲਿਆ ਜਾ ਸਕਦਾ, ਉਸ ਨੂੰ ਅਨੁਭਵ ਕੀਤਾ ਜਾ ਸਕਦਾ, ਆਨੰਦ ਮਾਣਿਆ ਜਾ ਸਕਦਾ। ਕਿਉਂਕਿ ਜਿਹੜਾ ਇੱਕ ਉਹ ਪਰਮੇਸ਼ਰ ਪਰਮਾਤਮਾ ਉਹ ਹੱਥ ਦੀ ਪਕੜ ਤੋਂ ਪਰੇ ਆ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਸੋ ਜਿਸ ਤਰ੍ਹਾਂ ਪਰਮਾਤਮਾ ਦਾ ਅਸਥਾਨ ਬਣਾਉਂਦੇ ਆ ਤੇ ਉਹਦੇ ਵਿੱਚ ਪਰਮਾਤਮਾ ਦਾ ਨਾਮ ਜਪਦੇ ਆ, ਪਰਮਾਤਮਾ ਦਾ ਸਰੂਪ ਵਿੱਚ ਪ੍ਰਕਾਸ਼ ਕਰਦੇ ਆ। ਤੋ ਪਰਮਾਤਮਾ ਦਾ ਜਿਹੜਾ ਸੂਖਸ਼ਮ ਸਰੂਪ ਆ, ਨਿਰਗੁਣ ਸਰੂਪ ਆ, ਉਹ ਕਿਸੇ ਦੇ ਹਿਰਦੇ ਦੇ ਵਿੱਚ ਨਹੀਂ ਸਥਾਪਿਤ ਕੀਤਾ ਜਾ ਸਕਦਾ। ਉਹ ਤੇ ਆਪਣੀ ਮਰਜ਼ੀ ਦੇ ਨਾਲ ਹੀ ਉਹ ਪਰਮਾਤਮਾ ਪ੍ਰਗਟ ਹੁੰਦਾ, ਕਰਮ ਕਰ ਸਕਦਾ, ਉਪਾਸਨਾ ਕਰ ਸਕਦਾ, ਗਿਆਨ ਕਰ ਸਕਦਾ, ਸੇਵਾ ਕਰ ਸਕਦਾ, ਸਿਮਰਨ ਕਰ ਸਕਦਾ, ਸਤਸੰਗ ਕਰ ਸਕਦਾ, ਪਰ ਉਹ ਪਰਮੇਸ਼ਰ ਪਰਮਾਤਮਾ ਆਪਣੀ ਮਰਜ਼ੀ ਦੇ ਨਾਲ ਹੀ ਪ੍ਰਗਟ ਹੁੰਦਾ। ਤੋ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਉਹਦਾ ਅੰਤ ਸਿਰਾ ਕੋਈ ਪਾ ਨਹੀਂ ਸਕਦਾ, ਕਿ ਉਹ ਕਿੰਨਾ ਦਿਆਲੂ ਆ, ਕਿੰਨਾ ਕਿਰਪਾਲੂ ਆ, ਜੀਵ ਦੀ ਕਿੰਨੀ ਰੱਖਿਆ ਕਰਦਾ, ਜੀਵ ਦੇ ਕਿੰਨਾ ਉਹ ਹਿਰਦੇ ਨੂੰ ਸੁਖ ਸ਼ਾਂਤੀ ਦਿੰਦਾ,
ਇਹਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਪ੍ਰਮਾਤਮਾ ਦੀ ਦਿਆਲਤਾ ਦਾ ਕੋਈ ਅੰਤ ਨਹੀਂ ਪਾ ਸਕਦਾ। ਉਹ ਸਦਾ ਹੀ ਦਇਆ ਕਰਦਾ। ਅੰਤ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣੇ। ਤੋ ਇਸੇ ਕਰਕੇ ਮਹਾਰਾਜ ਕਹਿੰਦੇ ਕਿ ਪ੍ਰਮਾਤਮਾ ਦੀ ਜਿਹੜੀ ਮਾਇਆਵੀ ਸ਼ਕਤੀ ਆ, ਇਹ ਸੰਸਾਰ ਦੀ ਰਚਨਾ, ਇਹਦਾ ਅੰਤ ਨਹੀਂ ਪਾ ਸਕਦਾ। ਤੇ ਭਾਈ ਤੂੰ ਆਪਣਾ ਆਪ ਪਛਾਣ, ਆਪਣਾ ਆਪ ਜਾਣ ਕਿ ਤੂੰ ਕੀ ਆ। ਮਹਾਰਾਜ ਕਹਿੰਦੇ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਕਿ ਤੂੰ ਜੋਤ ਸਰੂਪ ਆ, ਤੂੰ ਪਰਮਾਤਮਾ ਦਾ ਰੂਪ ਆ, ਤੂੰ ਆਪਣੇ ਸਰੂਪ ਨੂੰ ਭੁੱਲ ਗਿਆ। ਇਸੇ ਕਰਕੇ ਹੀ ਭਰਮ ਦੇ ਵਿੱਚ ਆ, ਸ਼ੰਕੇ ਦੇ ਵਿੱਚ ਆ। ਸ਼ੰਕੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਸੰਸਾਰ ਸਮੁੰਦੇ ਤਾਰ ਗੋਬਿੰਦੇ ਰਾਖ ਲੈ ਬਾਪ ਬੀਠਲਾ। ਮਹਾਰਾਜ ਕਹਿੰਦੇ ਕਿ ਜੀਵ ਤੂੰ ਭੁੱਲ ਗਿਆ ਵਾ, ਮਾਇਆ ਦੇ ਪਿੱਛੇ ਲੱਗ ਕੇ ਤੂੰ ਭੁੱਲ ਗਿਆ। ਤੋ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਕਿ ਜਦੋਂ ਤੂੰ ਪਰਮੇਸ਼ਰ ਪਰਮਾਤਮਾ ਆਪਣੇ ਸਰੂਪ ਨੂੰ ਪਛਾਣ ਲੇਗਾ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜਦੋਂ ਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਉਹਦੇ ਤੇ ਅਮਲ ਕਰਕੇ ਤੂੰ ਉਸ ਜੋਤ ਨੂੰ, ਉਸ ਪਰਮਾਤਮਾ ਦੇ ਸਰੂਪ ਨੂੰ ਪ੍ਰਗਟ ਕਰ ਲਵੇਂਗਾ, ਤੇ ਫਿਰ ਮਹਾਰਾਜ ਕਹਿੰਦੇ ਆ ਕਿ ਭਾਈ ਤੂੰ ਉਸ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਨੇੜ ਪਾਵੇਂਗਾ, ਨਿੱਘ ਪਾਵੇਂਗਾ, ਸਾਨਿਧੀ ਪਾਵੇਂਗਾ। ਸੰਸਾਰ ਦੇ ਵਿੱਚ ਪਰਮਾਤਮਾ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ, ਤੇ ਪਰਮਾਤਮਾ ਦੀ ਮਾਇਆ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ। ਕੋਈ ਰੇਤ ਦੇ ਕਿਣਕੇ ਨਹੀਂ ਗਿਣ ਸਕਦਾ, ਕੋਈ ਦਰਖਤਾਂ ਦੇ ਪੱਤੇ ਨਹੀਂ ਗਿਣ ਸਕਦਾ, ਕੋਈ ਸਮੁੰਦਰ ਦੀਆਂ ਬੂੰਦਾਂ ਨਹੀਂ ਗਿਣ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਭਰਮ ਦੇ ਵਿੱਚ ਨਾ, ਜੋ ਵੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਨੇ ਤੈਨੂੰ ਮਨੁੱਖਾ ਦੇਹੀ ਦਿੱਤੀ ਆ, ਇਹਦਾ ਸਦ ਉਪਯੋਗ ਕਰ। ਤੋ ਇੱਕ ਵਾਰੀ ਗਰਮੀਆਂ ਦੇ ਦਿਨਾਂ ਦੇ ਵਿੱਚ, ਪਿਛਲਾ ਸਮਾਂ ਸੀਗਾ, ਤੇ ਇੱਕ ਮਨੁੱਖ ਨੂੰ ਪਿਆਸ ਲੱਗੀ, ਤੇ ਹੁਣ ਸਾਰਿਆਂ ਦੇ ਘਰਾਂ ਦੇ ਵਿੱਚ ਖੂਹੀਆਂ ਤੇ ਹੁੰਦੀਆਂ ਨਹੀਂ ਸੀਗੀਆਂ। ਉਹਨੇ ਕਟੋਰਾ ਫੜਿਆ ਤੇ ਕਹਿੰਦਾ ਚਲੋ ਮੈਂ ਬਾਹਰੋਂ ਪਾਣੀ ਪੀ ਆਵਾਂ। ਘਰੋਂ ਬਾਹਰ ਆ ਗਿਆ ਪਾਣੀ ਪੀਣ ਵਾਸਤੇ, ਤੇ ਬਾਹਰ ਉਹਨੇ ਦੇਖਿਆ ਕਿ ਇੱਕ ਦਰਖਤ ਦੇ ਥੱਲੇ ਘੜਾ ਪਾਣੀ ਦਾ ਲੈ ਕੇ ਇੱਕ ਸ਼ਖਸ ਬੈਠਾ ਸੇਵਾ ਕਰਨ ਦਿਆ। ਕਹਿੰਦਾ ਮੈਨੂੰ ਪਿਆਸ ਲੱਗੀ ਆ, ਮੈਨੂੰ ਪਾਣੀ ਦਾ ਕੌਲਾ ਭਰ ਦੇ, ਕਟੋਰਾ ਭਰ ਦੇ। ਕਹਿੰਦਾ ਲਿਆਓ ਭਰ ਦਿੰਦਾ। ਜਦੋਂ ਪਾਣੀ ਪਾਉਣ ਲੱਗਾ ਤੇ ਕਹਿੰਦਾ ਕਿ ਬਸ ਇਹੋ ਹੀ ਆ ਪਾਣੀ, ਇੱਕੋ ਹੀ ਘੜਾ ਵਾ। ਕਹਿੰਦਾ ਹਾਂ ਇਹ ਹੀ ਆ, ਇੰਨਾ ਹੀ ਆ। ਕਹਿੰਦਾ ਹੋਰ ਨਹੀਂ ਹੈਗਾ? ਕਹਿੰਦਾ ਮੇਰੇ ਕੋਲ ਤੇ ਇੰਨਾ ਹੀ ਆ। ਕਹਿੰਦਾ ਫਿਰ ਜ਼ਿਆਦਾ ਕਿੱਥੇ ਹੋਊਗਾ? ਕਹਿੰਦਾ ਅਗਲੇ ਪਾਸੇ ਛਬੀਲ ਲੱਗੀ ਆ, ਉੱਥੇ ਪਾਣੀ ਜ਼ਿਆਦਾ। ਕਹਿੰਦਾ ਫਿਰ ਮੈਂ ਉੱਥੋਂ ਹੀ ਪੀਣਾ, ਪਾਣੀ ਖੁੱਲਾ ਪੀਊਂਗਾ। ਕਟੋਰਾ ਲੈ ਕੇ ਤੇ ਅੱਗੇ ਚੱਲ ਪਿਆ। ਅੱਗੇ ਛਬੀਲ ਲੱਗੀ ਸੀ। ਛਬੀਲ ਵਾਲਿਆਂ ਨੂੰ ਕਹਿੰਦਾ ਕਿ ਕਟੋਰਾ ਮੇਰਾ ਪਾਣੀ ਦਾ ਭਰ ਦਿਓ, ਮੈਂ ਪਾਣੀ ਪੀਣਾ। ਪਾਣੀ ਪਾਉਣ ਲੱਗੇ ਤੇ ਉਹਨਾਂ ਨੂੰ ਕਹਿੰਦਾ ਕਿ ਪਾਣੀ ਇਹੋ ਹੀ ਆ, ਦੋ ਟੱਬ ਜਿਹੜੇ ਭਰੀ ਦੇ ਪਾਣੀ ਦੇ ਭਰੇ ਆ। ਕਹਿੰਦਾ ਹਾਂ। ਉਹ ਕਹਿਣ ਲੱਗੇ ਛਬੀਲ ਵਾਲੇ ਕਿ ਇਹ ਦੋ ਟੱਬ ਹੀ ਪਾਣੀ ਦੇ ਭਰੇ ਆ, ਇਹੋ ਹੀ ਆ। ਕਹਿੰਦਾ ਹੋਰ ਨਹੀਂ ਹੈਗਾ? ਜ਼ਿਆਦਾ ਕਿੱਥੋਂ ਮਿਲੂਗਾ? ਕਹਿੰਦੇ ਫਿਰ ਅੱਗੇ ਚੱਲ ਜਾ, ਖੂਹੀ ਆ, ਉੱਥੋਂ ਪਾਣੀ ਜ਼ਿਆਦਾ ਮਿਲੂਗਾ। ਹੁਣ ਉੱਥੇ ਗਾਂਹ ਚੱਲ ਪਿਆ। ਤੁਰਦਾ ਜਾਂਦਾ ਅੱਗੇ ਖੂਹੀ ਆ ਗਈ, ਤੇ ਖੂਹੀ ਦੇ ਵਿੱਚੋਂ ਪਾਣੀ ਕੱਢਣ ਦੇ ਸੀ ਲੋਕੀ। ਤੇ ਉਹਨਾਂ ਨੂੰ ਕਹਿੰਦਾ ਕਿ ਭਾਈ ਆ ਕਟੋਰਾ ਮੇਰਾ ਵੀ ਪਾਣੀ ਦਾ ਭਰ ਦਿਓ, ਮੈਂ ਵੀ ਪੀਣਾ। ਕਹਿੰਦੇ ਲਿਆਓ, ਪਾ ਦਿੰਨੇ ਆ।
ਜਦੋਂ ਕਟੋਰੇ 'ਚ ਪਾਣੀ ਪਾਉਣ ਲੱਗੇ ਤੇ ਉਹਨਾਂ ਨੂੰ ਪੁੱਛਣ ਲੱਗਾ ਕਿ ਇੰਨਾ ਹੀ ਆ ਬਸ ਖੂਹੀ 'ਚ ਪਾਣੀ, ਇਹ ਤੋਂ ਵੱਧ ਨਹੀਂ ਪਾਣੀ ਹੈਗਾ? ਕਹਿੰਦੇ ਇਹ ਤੇ ਇੰਨੀ ਕੀ ਆ, ਖੂਹੀ ਛੋਟੀ ਆ। ਕਹਿੰਦੇ ਫਿਰ ਜ਼ਿਆਦਾ ਕਿੱਥੇ ਪਾਣੀ ਮਿਲੂਗਾ? ਕਹਿੰਦੇ ਅੱਗੇ ਨਹਿਰ ਆ, ਉੱਥੋਂ ਪਾਣੀ ਜ਼ਿਆਦਾ ਮਿਲੂਗਾ। ਕਹਿੰਦਾ ਚੱਲ ਫਿਰ ਨਹਿਰ ਤੋਂ ਹੀ ਪਾਣੀ ਪੀਣਾ, ਜ਼ਿਆਦਾ ਪਾਣੀ ਤੇ ਪੀਊਂਗਾ। ਤੁਰਦਾ ਜਾਂਦਾ ਹੁਣ ਨਹਿਰ ਕੋਲ ਪਹੁੰਚ ਗਿਆ ਤੇ ਨਹਿਰ ਵਿੱਚ ਉਹ ਪਾਣੀ ਪੀਣ ਲੱਗਾ ਤੇ ਉੱਥੇ ਵੀ ਕੁਝ ਲੋਕ ਬੈਠੇ ਸੀਗੇ, ਉਹਨਾਂ ਨੂੰ ਪੁੱਛਣ ਲੱਗ ਗਿਆ ਕਿ ਬਸ ਇਹੋ ਹੀ ਨਹਿਰ ਹੀ ਆ ਪਾਣੀ ਦੀ, ਹੋਰ ਇਦੋਂ ਜ਼ਿਆਦਾ ਪਾਣੀ ਨਹੀਂ ਕਿਤੇ ਹੈਗਾ? ਉਹ ਕਹਿਣ ਲੱਗੇ ਕਿ ਅੱਗੇ ਚੱਲ ਜਾ, ਫਿਰ ਪਾਣੀ ਅੱਗੇ ਦਰਿਆ ਵਗਦਾ, ਉੱਥੋਂ ਜਿੰਨਾ ਮਰਜ਼ੀ ਪੀ ਲਈ। ਕਹਿੰਦਾ ਫਿਰ ਮੈਂ ਜਿੱਥੇ ਜ਼ਿਆਦਾ ਪਾਣੀ ਉੱਥੋਂ ਹੀ ਪੀਊਂਗਾ। ਲਾਲਚ ਮਨ ਦੇ ਵਿੱਚ ਆ ਗਿਆ ਤੇ ਹੁਣ ਅੱਗੇ ਤੁਰਿਆ ਜਾਂਦਾ ਤੇ ਅੱਗੇ ਦਰਿਆ ਆ ਗਿਆ। ਹੁਣ ਦਰਿਆ ਦੇ ਵਿੱਚੋਂ ਕੋਲਾ ਪਾਣੀ ਦਾ ਭਰ ਲੱਗਾ ਤੇ ਉੱਥੇ ਵੀ ਕੁਝ ਬੈਠੇ ਸੀਗੇ। ਉਹਨਾਂ ਨੂੰ ਪੁੱਛਣ ਲੱਗਾ ਕਿ ਇਹ ਐਂਡ ਆ, ਇਦੋਂ ਵੱਧ ਹੋਰ ਪਾਣੀ ਨਹੀਂ ਕਿਤੇ ਹੈਗਾ? ਉਹ ਲੋਕ ਕਹਿੰਦੇ ਵੀ ਪਾਣੀ ਇਦੋਂ ਉੱਤੇ ਤੇ ਫਿਰ ਸਾਗਰ ਦੇ ਕੋਲ ਆ। ਕਹਿੰਦੇ ਐਡਾ ਵੱਡਾ ਦਰਿਆ ਵਾ, ਇਦੋਂ ਵੀ ਜ਼ਿਆਦਾ ਪਾਣੀ ਹੋਰ ਕਿਤੇ ਹੈਗਾ? ਕਹਿੰਦੇ ਹਾਂ ਹੈਗਾ ਵਾ, ਸਮੁੰਦਰ ਜਿਹੜਾ ਸਾਗਰ ਆ ਉੱਥੇ ਇਦੋਂ ਵੀ ਜ਼ਿਆਦਾ ਪਾਣੀ ਆ। ਕਹਿੰਦੇ ਚਲੋ ਠੀਕ ਆ, ਫਿਰ ਇੱਥੋਂ ਕਿਉਂ ਪੀਣਾ, ਮੈਂ ਫਿਰ ਸਮੁੰਦਰ ਕੋਲ ਹੀ ਜਾਣਾ ਜਿਹੜਾ ਇਦੋਂ ਵੀ ਵੱਡਾ। ਹੁਣ ਗਰਮੀਆਂ ਦੇ ਦਿਨ ਔਖਾ ਸੌਖਾ ਹੋ ਕੇ ਮੰਜ਼ਲਾਂ ਮਾਰਦਾ ਹੋਇਆ ਪਹੁੰਚ ਗਿਆ ਸਮੁੰਦਰ ਦੇ ਕੋਲ। ਦੇਖਿਆ ਬੜਾ ਠਾਠਾ ਮਾਰਦਾ ਸਮੁੰਦਰ ਆ, ਬਹੁਤ ਪਾਣੀ ਹੈ, ਛੱਲਾ ਮਾਰਦਾ। ਬੜਾ ਖੁਸ਼ ਹੋਇਆ। ਉੱਥੇ ਕੁਝ ਲੋਕ ਬੈਠੇ ਸੀਗੇ ਵੀ ਉਹਨਾਂ ਨੂੰ ਪੁੱਛਣ ਲੱਗਾ, ਕਹਿੰਦਾ ਇਦੋਂ ਵੀ ਪਾਣੀ ਕਿਤੇ ਜ਼ਿਆਦਾ ਹੈਗਾ? ਕਹਿੰਦੇ ਨਹੀਂ, ਧਰਤੀ ਤੇ ਸਭ ਤੋਂ ਜ਼ਿਆਦਾ ਇੱਥੇ ਹੀ ਪਾਣੀ ਆ, ਸਾਗਰ ਦੇ ਵਿੱਚ ਹੀ ਪਾਣੀ, ਇਦੋਂ ਉੱਤੇ ਹੋਰ ਨਹੀਂ ਕਿਤੇ ਹੈਗਾ, ਐਂਡਿੰਗ ਹੀ ਆ। ਕਹਿੰਦੇ ਚਲੋ ਠੀਕ ਆ। ਫਿਰ ਮੈਂ ਬੜਾ ਖੁਸ਼ ਆ ਕਿ ਬਹੁਤ ਪਾਣੀ ਮਿਲ ਗਿਆ। ਦਵਾ ਦਵ ਖੁਸ਼ੀ ਦੇ ਨਾਲ ਸਮੁੰਦਰ 'ਚ ਵੜਿਆ, ਕਟੋਰਾ ਭਰਿਆ ਤੇ ਮੂੰਹ 'ਚ ਪਾ ਲਿਆ। ਹੁਣ ਜਦੋਂ ਉਹਦੇ ਢਿੱਡ 'ਚ ਗਿਆ ਪਾਣੀ ਤੇ ਉਹਦੇ ਨਿਰਾ ਪਾਣੀ ਲੂਣ ਵਾਲਾ ਸੀ। ਹੁਣ ਹੋ ਗਿਆ ਬਿਮਾਰ, ਦੁਖੀ ਹੋ ਗਿਆ। ਲੂਣ ਵਾਲਾ ਪਾਣੀ ਪੀਤਾ ਤੇ ਸਮੁੰਦਰ ਦੇ ਪਾਣੀ ਦਾ ਮੁਸ਼ਕ ਆਉਣ ਦਿਆ। ਹੁਣ ਦੁਖੀ ਹੋ ਗਿਆ। ਆਂਦਾ ਇਹਦੇ ਪਾਣੀ ਪੁੱਛਣ ਲੱਗ ਪਿਆ, ਆਂਦਾ ਪਾਣੀ ਤੇ ਲੂਣ ਵਾਲਾ ਬਹੁਤ ਖਾਰਾ, ਇਹਦੇ ਪੀਤਾ ਹੀ ਨਹੀਂ ਜਾਂਦਾ। ਕਹਿੰਦੇ ਪਾਣੀ ਦੇ ਇਦਾਂ ਦਾ ਹੀ ਪਾਣੀ ਆ, ਜਿੱਥੋਂ ਮਰਜ਼ੀ ਭਰ ਲਾ। ਕਹਿੰਦਾ ਅੱਛਾ। ਫੇਰ ਸੋਚਣ ਲੱਗ ਪਿਆ ਕਿ ਇਹ ਮੇਰੇ ਨਾਲ ਕੀ ਹੋ ਗਿਆ, ਮੇਰੇ ਨਾਲ ਤੇ ਧੋਖਾ ਹੋ ਗਿਆ। ਜਿਹੜੇ ਪਿਛਲੇ ਪਾਣੀ ਪੀਣ ਵਾਲੇ ਸੀਗੇ ਉਹ ਮੈਂ ਛੱਡਦਾ ਆਇਆ ਤੇ ਜ਼ਿਆਦੇ ਨੂੰ ਪਿਆ ਤੇ ਥੋੜੇ ਤੋਂ ਵੀ ਗਿਆ, ਤੇ ਹੁਣ ਇਹ ਪਾਣੀ ਨਾ ਤੇ ਨਹਾਉਣ ਜੋਗੀ ਆ ਨਾ ਪੀਣ ਜੋਗੀ ਆ, ਤੇ ਮੈਂ ਹੁਣ ਕਿਹੜੇ ਕੰਮ ਨੂੰ ਲੱਗਾ। ਦੁਖੀ ਹੋ ਗਿਆ, ਪਛਤਾਉਂਦਾ। ਉੱਤੋਂ ਸੰਤ ਆ ਗਏ, ਆਂਦੇ ਬੜਾ ਦੁਖੀ ਆ, ਕੀ ਗੱਲ ਆ? ਆਂਦਾ ਸੰਤ ਜੀ ਆਹ ਗੱਲ ਆ, ਦੂਰੋਂ ਚੱਲ ਕੇ ਆਇਆ ਵੀ ਸਮੁੰਦਰ 'ਚ ਪਾਣੀ ਜ਼ਿਆਦਾ ਹੁੰਦਾ, ਪਰ ਹੁਣ ਪੀਣ ਲੱਗਾ ਤੇ ਪੀਣ ਯੋਗ ਨਹੀਂ ਹੈਗਾ, ਹੁਣ ਪਛਤਾਉਣਾ ਵਾ। ਸੰਤਾਂ ਨੇ ਹਾਲਾਤ ਵੇਖੀ, ਫਿਰ ਉਹ ਉਪਦੇਸ਼ ਦੇਣ ਲੱਗੇ ਵੀ ਭਾਈ ਸੰਸਾਰ ਦੇ ਜੀਵਾਂ ਦਾ ਇਹੀ ਹਾਲ ਆ। ਜੋ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਨੇ ਦਿੱਤਾ ਉਹਦੇ ਤੇ ਭਾਈ ਸਿਦਕ ਨਹੀਂ ਹੈਗਾ। ਸਹਿਸ ਖੜੇ ਲੱਖ ਕੋਟ ਧਾਵੇ, ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ। ਸੰਤੋਖ ਨਹੀਂ ਹੈਗਾ। ਛਲ ਕਰਕੇ, ਕਪਟ ਕਰਕੇ, ਧੋਖਾ ਕਰਕੇ, ਫਰੇਬ ਕਰਕੇ, ਮਿਲਾਵਟ ਕਰਕੇ ਜ਼ਿਆਦਾ ਧਨ ਇਕੱਠਾ ਕਰਨਾ ਚਾਹੁੰਦੇ ਨੇ, ਪਦਾਰਥ ਇਕੱਠਾ ਕਰਨਾ ਚਾਹੁੰਦੇ ਨੇ। ਤਾਂ ਮਹਾਰਾਜ ਕਹਿੰਦੇ ਕਿ ਇਸੇ ਤਰ੍ਹਾਂ ਹੀ ਇਹ ਮਨੁੱਖ ਆ, ਇਹ ਸ਼ੁਰੂ ਤੋਂ ਲੈ ਕੇ, ਸੰਤ ਕਹਿਣ ਲੱਗੇ ਸ਼ੁਰੂ ਤੋਂ ਲੈ ਕੇ ਇਹ ਜੀਵ ਇਸੇ ਹੀ ਲਾਲਚ ਕਰਕੇ ਧਨ ਇਕੱਠਾ ਕਰਦਾ ਰਹਿੰਦਾ, ਬੇਈਮਾਨੀ ਕਰਕੇ, ਧੋਖਾ ਕਰਕੇ ਕਿ ਚਲੋ ਅੱਗੇ ਚੱਲ ਕੇ ਫਿਰ ਮੈਂ ਖਾਊਂਗਾ, ਅੱਗੇ ਚੱਲ ਕੇ ਖਾਊਂਗਾ, ਪਹਿਲੋਂ ਇਕੱਠਾ ਕਰ ਲਵਾਂ। ਤੋ ਕਹਿੰਦੇ ਬਜ਼ੁਰਗੀ ਤੱਕ ਇਹ ਇਕੱਠਾ ਹੀ ਕਰਦਾ ਰਹਿੰਦਾ, ਤੇ ਜਦੋਂ ਧਨ ਇਕੱਠਾ ਕਰਦਾ ਉਦੋਂ ਨੂੰ ਬਜ਼ੁਰਗ ਇੰਨਾ ਜ਼ਿਆਦਾ ਹੋ ਜਾਂਦਾ ਕਿ ਖਾਣ ਯੋਗ ਨਹੀਂ ਰਹਿੰਦਾ, ਕਿਤੇ ਜਾਣ ਯੋਗ ਨਹੀਂ ਰਹਿੰਦਾ। ਤੇ ਫਿਰ ਪਛਤਾਉਂਦਾ ਕਿ
ਧਨ ਤੇ ਹੈਗਾ ਵਾ, ਪਰ ਹੁਣ ਮੈਂ ਕੁਝ ਖਾ ਨਹੀਂ ਸਕਦਾ, ਉਹੀ ਦਾਲ ਫੁਲਕਾ ਹੀ ਖਾਊਂਗਾ, ਹੁਣ ਮੈਂ ਕਿਤੇ ਜਾ ਨਹੀਂ ਸਕਦਾ। ਤੋ ਮਹਾਰਾਜ ਕਹਿੰਦੇ ਫਿਰ ਕੀ ਫਾਇਦਾ ਹੋਇਆ, ਫਿਰ ਤਾਂ ਪਛਤਾਵਾ ਵਾ। ਤੋ ਮਹਾਰਾਜ ਸੰਤ ਉਪਦੇਸ਼ ਦੇਣ ਲੱਗੇ ਕਿ ਭਾਈ ਜਵਾਨੀ ਦੇ ਵਿੱਚ ਹੀ ਨਾਲ ਦੀ ਨਾਲ ਹੀ ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਭਾਈ ਨਾਲ ਦੀ ਨਾਲ ਹੀ ਤੂੰ ਭਾਈ ਆਪਣੇ ਦਾਇਤ ਵੀ ਪੂਰੇ ਕਰਨੇ ਆ, ਪਵਿੱਤਰ ਕਿਰਤ ਕਰਕੇ ਤੇ ਧਰਮ ਦੇ ਲੇਖੇ ਸੇਵਾ ਵੀ ਕਰਨੀ ਆ। ਤੂੰ ਵਾਹਿਗੁਰੂ ਪਰਮਾਤਮਾ ਦੀ ਅੰਸ਼ ਆ, ਵਾਹਿਗੁਰੂ ਪਰਮਾਤਮਾ ਦਾ ਪੁੱਤਰ ਆ, ਤੇ ਵਾਹਿਗੁਰੂ ਪਰਮਾਤਮਾ ਤੇਰੇ ਪਿਤਾ ਨੇ ਐਡੀ ਸੋਹਣੀ ਸ੍ਰਿਸ਼ਟੀ ਸਾਜੀ ਆ। ਹੁਣ ਸਾਜੀ ਹੋਈ ਸ੍ਰਿਸ਼ਟੀ ਨੂੰ ਤੂੰ ਸੰਭਾਲ ਕੇ ਰੱਖਣਾ ਵਾ, ਇਸ ਨੂੰ ਹੋਰ ਵੀ ਸ਼ਿੰਗਾਰਨਾ ਵਾ, ਇਹੀ ਤੇਰੀ ਜ਼ਿੰਮੇਵਾਰੀ ਆ, ਔਰ ਇਹਨੂੰ ਸ਼ੁਰੂ ਤੋਂ ਹੀ ਕਰਨਾ ਵਾ, ਤਾਂ ਹੀ ਤੇਰਾ ਆਇਆ ਸਫਲ ਆ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਬਖਾਣੇ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਇਹ ਜਿਹੜਾ ਮਨੁੱਖੀ ਆ ਜੀਵ ਆ, ਇਹ ਤਾਂ ਇੱਕ ਨਾਟਕ ਆ। ਕੋਈ ਕੀ ਕਹਿ ਸਕਦਾ, ਇਹ ਨਾਟਕ ਦੇ ਵਿੱਚ ਕੋਈ ਪਿਤਾ ਦਾ ਰੋਲ ਕਰਦਾ, ਕੋਈ ਪੁੱਤਰ ਦਾ ਰੋਲ ਕਰਦਾ, ਕੋਈ ਕਿਸੇ ਦਾ ਰੋਲ ਕਰਦਾ, ਕੋਈ ਕਿਸੇ ਦਾ ਰੋਲ ਕਰਦਾ। ਇਹ ਸੰਸਾਰ ਦੇ ਪਰਿਵਾਰਕ ਮੈਂਬਰ ਜਿੰਨੇ ਵੀ ਆ, ਇਹ ਇੱਕ ਨਾਟਕ ਆ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਜਗਤ ਦਾ ਇਹ ਤਮਾਸ਼ਾ ਵਾ, ਇਹਦੇ ਵਿੱਚ ਆਪਣੇ ਆਪਣੇ ਰੋਲ ਨੇ, ਕੋਈ ਕੁਛ ਕਰ ਰਿਹਾ, ਕੋਈ ਕੁਛ ਬਣਿਆ ਹੋਇਆ। ਤਾਂ ਮਹਾਰਾਜ ਕਹਿੰਦੇ ਨੇ ਕਿ ਭਾਈ ਅਮੀਰੀ ਹੋਵੇ, ਗਰੀਬੀ ਹੋਵੇ, ਮਿਲਣਾ ਹੋਵੇ, ਵਿਛੜਨਾ ਹੋਵੇ, ਇਹ ਸਭ ਉਹਦਾ ਖੇਲ ਆ। ਕਦੀ ਗਰੀਬੀ ਆ ਗਈ, ਗਰੀਬੀ ਚਲੇ ਗਈ, ਅਮੀਰੀ ਆ ਗਈ, ਅਮੀਰੀ ਚਲੇ ਗਈ, ਗਰੀਬੀ ਆ ਗਈ। ਕਦੀ ਵਿਛੋੜਾ ਉਹਦਾ ਦੁੱਖ ਆ, ਕਦੀ ਮਿਲਣ ਦੀ ਪ੍ਰਸੰਨਤਾ ਆਉਂਦੀ ਆ। ਤੋ ਇਹ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਖੇਡ ਆ। ਤੋ ਕਹਿੰਦੇ ਕਿ ਜਿੱਦਾਂ ਦਾ ਵੀ ਜੀਵ ਕਰਤਵ ਕਰਦਾ, ਉਸੇ ਤਰ੍ਹਾਂ ਦਾ ਹੀ ਉਹਦਾ ਨਾਮ ਪੈ ਜਾਂਦਾ। ਦਾਦਾ ਦਾਦੀ, ਨਾਨਾ ਨਾਨੀ, ਇਹ ਸਭ ਜੀਵ ਦਾ ਜੋ ਵੀ ਉਹਦਾ ਕਰਮ ਹੁੰਦਾ, ਉਸੇ ਅਨੁਸਾਰ ਹੀ ਉਹਦਾ ਨਾਮ ਪੈ ਜਾਂਦਾ। ਤਾਂ ਮਹਾਰਾਜ ਕਹਿੰਦੇ ਕਿ ਭਾਈ ਕੋਈ ਕੀ ਕਹਿ ਸਕਦਾ ਵਾ, ਸਭ ਪਰਮਾਤਮਾ ਦਾ ਖੇਲ ਸਮਝਣਾ ਵਾ। ਮਾਨ ਹੋਵੇ, ਅਪਮਾਨ ਹੋਵੇ, ਲਾਭ ਹੋਵੇ, ਹਾਨੀ ਹੋਵੇ, ਕੁਛ ਵੀ ਹੋ ਜਾਵੇ, ਦੁੱਖ ਹੋਵੇ, ਸੁੱਖ ਹੋਵੇ, ਮਿੱਤਰ ਹੋਵੇ, ਦੁਸ਼ਮਣ ਹੋਵੇ, ਅਮੀਰੀ ਹੋਵੇ, ਗਰੀਬੀ ਹੋਵੇ, ਸਭ ਦੇ ਵਿੱਚ ਇੱਕੋ ਜਿਹਾ ਹੀ ਰਹਿਣਾ। ਇਹਨੂੰ ਖੇਲ ਸਮਝਣਾ ਕਿ ਝੂਠਾ ਵਾ, ਮਿਥਿਆ ਵਾ। ਜੇ ਰਾਤ ਆ ਤੇ ਦਿਨ ਵੀ ਆਏਗਾ, ਦਿਨ ਚਲੇਗਾ ਤੇ ਰਾਤ ਵੀ ਆਏਗੀ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਇਹ ਸਭ ਨੂੰ ਇੱਕ ਖੇਲ ਸਮਝੀ ਕਿ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਇੱਕ ਖੇਡ ਆ। ਤੋ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜੀਵ ਨੂੰ ਇਹੀ ਮੱਤ ਦਿੰਦੇ ਨੇ ਕਿ ਮਹਾਰਾਜ ਦੀ ਬਾਣੀ ਦੇ ਅਨੁਸਾਰ ਚੱਲਣਾ। ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ। ਮਹਾਰਾਜ ਕਹਿੰਦੇ ਨੇ ਕਿ ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮਾਤਮਾ ਨੂੰ ਵੇਖਿਆ, ਪ੍ਰਤੱਖ ਸਾਖਸ਼ਾਤਕਾਰ ਕੀਤਾ, ਉਹ ਹੀ ਆਖ ਸਕਦੇ ਨੇ ਕਿ ਸਭ
ਉਹੀ ਅਕਾਲ ਪੁਰਖ ਵਾਹਿਗੁਰੂ ਆ। ਜੋ ਵੀ ਜਗਤ ਦੇ ਵਿੱਚ ਦੇਖਦੇ ਆ, ਵੱਖਰੇ ਵੱਖਰੇ ਰੂਪ ਦੇ ਵਿੱਚ ਦੇਖਣਾ ਅਗਿਆਨ ਆ ਕਿ ਇਹ ਮੇਰਾ ਮਿੱਤਰ ਆ, ਇਹ ਮੇਰਾ ਦੁਸ਼ਮਣ ਆ, ਇਹ ਆਪਣਾ, ਇਹ ਬਗਾਨਾ ਵਾ, ਇਹ ਆਪਣੇ ਆ, ਇਹ ਬਗਾਨੇ ਆ। ਰਾਗ ਦਵੇਸ਼ ਈਰਖਾ ਵਖੀਲੀ ਇਹ ਸਭ ਅਗਿਆਨ ਆ। ਮਹਾਰਾਜ ਕਹਿੰਦੇ ਨੇ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਸਭੇ ਘਟ ਰਾਮ ਬੋਲੇ, ਰਾਮ ਬੋਲੇ, ਰਾਮ ਬਿਨਾ ਕੋਈ ਬੋਲੇ ਰੇ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਤੋ ਇਸੇ ਤਰ੍ਹਾਂ ਹੀ ਪਰਮੇਸ਼ਰ ਪਰਮਾਤਮਾ ਜੀ ਉਪਦੇਸ਼ ਕਰਦੇ ਨੇ ਕਿ ਜਦੋਂ ਜੀਵ ਨੂੰ ਅਨੁਭਵ ਹੋ ਜਾਂਦਾ, ਬ੍ਰਹਮ ਦਾ ਅਨੁਭਵ ਹੋ ਜਾਂਦਾ, ਉਦੋਂ ਫਿਰ ਉਹਨੂੰ ਏਕ ਪਿਤਾ ਏਕ ਸਕੇ ਹੰਬਾਰਕ, ਫਿਰ ਉਹਨੂੰ ਇਹ ਮਹਿਸੂਸ ਹੁੰਦਾ ਕਿ ਪਿਤਾ ਇੱਕ ਹੀ ਆ, ਬਾਕੀ ਸਾਰੀ ਉਹਦੀ ਔਲਾਦ ਆ। ਇਹ ਸਭ ਜਿਹੜੇ ਨੇ, ਇਹ ਸਭ ਤੂੰ ਹੀ ਜਿਨ ਜਗਤ ਉਪਾਇਆ। ਜਿੰਨੇ ਵੀ ਸੰਸਾਰ ਵਿੱਚ ਨੇ ਸਾਰੇ ਵਾਹਿਗੁਰੂ ਪ੍ਰਮਾਤਮਾ ਤੇਰਾ ਹੀ ਸਰੂਪ ਨੇ, ਤੂੰ ਹੀ ਇਹਨਾਂ ਦੇ ਵਿੱਚ ਧਾਰਨ ਕੀਤਾ। ਤੂੰ ਹੀ ਪਤਨੀ ਦੇ ਰੂਪ ਦੇ ਵਿੱਚ ਆ, ਤੂੰ ਹੀ ਪਤੀ ਦੇ ਰੂਪ ਦੇ ਵਿੱਚ ਆ, ਤੂੰ ਹੀ ਮਾਂ ਬਣ ਕੇ ਮਮਤਾ ਦਿੰਨਾ, ਤੂੰ ਹੀ ਪਿਤਾ ਬਣ ਕੇ ਸਹਾਰਾ ਦਿੰਨਾ ਵਾ, ਤੂੰ ਹੀ ਭਰਾ ਬਣ ਕੇ ਸਾਥੀ ਦਿੰਨਾ, ਤੂੰ ਹੀ ਦੋਸਤ ਬਣ ਕੇ ਤੇ ਨਾਲ ਚੱਲਦਾ ਵਾ, ਤੂੰ ਹੀ ਡਾਕਟਰ ਬਣ ਕੇ ਇਲਾਜ ਕਰਦਾ ਵਾ। ਮਹਾਰਾਜ ਤੂੰ ਹੀ ਇਹ ਸਾਰੇ ਰੂਪਾਂ ਦੇ ਵਿੱਚ ਤੂੰ ਹੀ ਆ, ਇਹ ਸਮਝਣਾ ਵਾ। ਔਰ ਇਹ ਉਦੋਂ ਸਮਝਿਆ ਜਾਂਦਾ ਜਦੋਂ ਅੰਦਰ ਗਿਆਨ ਹੋਵੇ। ਅੱਜ ਦੇ ਸਮੇਂ ਦੇ ਵਿੱਚ ਇਸ ਅਵਸਥਾ ਦੀ ਬੜੀ ਜ਼ਰੂਰਤ ਆ। ਜਿਸ ਵੇਲੇ ਹਾਹਾਕਾਰ ਮੱਚੀ ਹੋਈ ਆ ਸੰਸਾਰ ਦੇ ਵਿੱਚ, ਆਪਣਿਆਂ ਦੀ ਹਿੱਤ ਤੇ ਦੂਸਰਿਆਂ ਦਾ ਅਹਿੱਤ, ਆਪਣਿਆਂ ਦੇ ਵਾਸਤੇ ਲਾਭ ਔਰ ਦੂਸਰਿਆਂ ਵਾਸਤੇ ਹਾਨੀ। ਰਜੋ ਗੁਣ, ਤਮੋ ਗੁਣ ਤੇ ਰਜੋ ਗੁਣ ਇਹ ਦੋਵੇਂ ਹਾਵੀ ਹੋਏ ਪਏ ਸੰਸਾਰ ਦੇ ਵਿੱਚ। ਇਹ ਜੀਵ ਕਹਿੰਦਾ ਕਿ ਤਮੋ ਗੁਣ ਜਿਹੜਾ ਹੈਗਾ, ਉਹ ਕਹਿੰਦਾ ਕਿ ਸਾਰਾ ਸੰਸਾਰ ਦੇ ਪਦਾਰਥ ਮੇਰੀ ਝੋਲੀ ਜੀ ਪੈ ਜਾਣ। ਰਜੋ ਗੁਣ ਕਹਿੰਦਾ ਕਿ ਦੂਸਰਿਆਂ ਨੂੰ ਰੋਟੀ ਤੱਕ ਨਾ ਮਿਲੇ। ਤੇ ਜਿਹੜਾ ਸਤੋ ਗੁਣ ਆ, ਉਹ ਕਹਿੰਦਾ ਕਿ ਨਹੀਂ, ਸਾਰਿਆਂ ਨੂੰ ਇੱਕ ਬਰਾਬਰ ਹੀ ਮਿਲਣਾ ਚਾਹੀਦਾ। ਦਇਆ, ਸੰਤੋਖ, ਧੀਰਜ, ਖਿਮਾ, ਨਿਮਰਤਾ, ਸਹਿਜ, ਅਡੋਲਤਾ। ਤੋ ਇਹ ਸਤੋ ਗੁਣ ਦੇ ਜਿਹੜੇ ਤੱਤ ਆ, ਇਹ ਵੀ ਸਾਰਿਆਂ ਦੇ ਵਿੱਚ ਹੁੰਦੇ ਆ। ਕਿਸੇ 'ਚ ਜ਼ਿਆਦਾ ਹੁੰਦੇ ਆ, ਕਿਸੇ 'ਚ ਥੋੜੇ ਹੁੰਦੇ ਆ। ਇਸੇ ਕਰਕੇ ਹੀ ਸੰਸਾਰ ਦੇ ਵਿੱਚ ਚੱਲਣ ਦਿਆ, ਸਤੋ ਗੁਣ ਕਰਕੇ ਹੀ ਸੰਸਾਰ ਚੱਲਣ ਦਿਆ ਵਾ। ਤੋ ਮਹਾਰਾਜ ਕਹਿੰਦੇ ਕਿ ਅੱਜ ਦੇ ਯੁੱਗ ਦੇ ਵਿੱਚ ਇਹ ਚੀਜ਼ ਦੀ ਬੜੀ ਜ਼ਰੂਰਤ ਆ ਕਿ ਜਦੋਂ ਦੂਸਰਿਆਂ ਦੇ ਹਿੱਤ ਵਾਸਤੇ ਜੀਵ ਸੋਚੇ, ਜਦੋਂ ਸਾਰਾ ਬ੍ਰਹਿਮੰਡ ਨੂੰ ਆਪਣਾ ਦੱਸੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਸਾਰਾ ਉਹਨੂੰ ਸੰਸਾਰ ਜਿਹੜਾ ਹੈਗਾ ਉਹ ਉਹਨੂੰ ਆਪਣਾ ਦੱਸੇ। ਸਗਲ ਸੰਗ ਹਮਕੋ ਬਨ ਆਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ। ਇਹ ਅਵਸਥਾ ਜਿਹੜੀ ਹੈਗੀ ਆ, ਇਹ ਜੀਵ ਦੀ ਬਣਨੀ ਚਾਹੀਦੀ ਸੰਸਾਰ ਦੇ ਵਿੱਚ। ਜੇ ਤੂੰ ਕਿਸੇ ਦਾ ਭਲਾ ਸੋਚੇਗਾ ਤੇ ਤੇਰੇ 5 ਜਾਣੇ ਭਲਾ ਸੋਚਣਗੇ। ਤੂੰ ਇੱਕ ਕਿਸੇ ਦਾ ਭਲਾ ਸੋਚੇਗਾ, ਤੇਰੇ 5 ਜਾਣੇ ਭਲਾ ਸੋਚਣਗੇ। ਤੇ ਜੇ ਤੂੰ ਕਿਸੇ ਦਾ ਬੁਰਾ ਸੋਚੇਗਾ ਤੇ 5 ਜਾਣੇ ਤੇਰਾ ਬੁਰਾ ਸੋਚਣਗੇ। ਕਿਉਂਕਿ ਵਾਹਿਗੁਰੂ ਪਰਮਾਤਮਾ ਦੀ ਜਿਹੜੀ ਪਰਮ ਸ਼ਕਤੀ ਉਹ ਤੈਨੂੰ ਦੇਖਣ ਦਈ ਆ, ਤੇਰੇ ਹਿਰਦੇ ਨੂੰ ਵੀ ਦੇਖਣ ਦਈ ਆ ਕਿ ਤੇਰਾ ਹਿਰਦੇ ਵਿੱਚ ਕੀ ਆ। ਉਹ ਸਭ ਪੜ੍ਹਨ ਦਏ ਆ, ਪੜ੍ਹ ਕੇ ਉਹ ਸਭ ਪਰਮਾਤਮਾ ਨੂੰ ਦੇਖਾ ਦੇਣ ਦਏ ਆ। ਤੋ ਇਸ ਕਰਕੇ ਮਹਾਰਾਜ ਇਹ ਉਪਦੇਸ਼ ਦਿੰਦੇ ਨੇ ਕਿ ਸਭ ਤੂੰ ਹੀ ਆ ਪਰਮਾਤਮਾ, ਮੈਂ ਕਿਹਦੇ ਨਾਲ ਵਿਰੋਧ ਕਰਾਂ, ਮੈਂ ਕਿਹਦੀ ਤੇ ਅਹਿੱਤ ਕਰਾਂ। ਕਹੇ ਨਾਨਕ ਤੂੰ ਸਦਾ ਅਗਮ ਹੈ,
तेरा अंत न पाया। तो ਇਹੋ ਹੀ ਮਹਾਰਾਜ ਉਪਦੇਸ਼ ਦਿੰਦੇ ਨੇ ਕਿ ਭਾਈ ਪਰਮਾਤਮਾ ਸਦਾ ਅਗੰਮ ਆ, ਉਹ ਕਦੀ ਵੀ ਡੋਲਦਾ ਨਹੀਂ ਕਿ ਲਾਭ ਹੋ ਗਿਆ ਤੇ ਬੜਾ ਖੁਸ਼ ਹੋ ਜਾਣਾ, ਥੋੜੀ ਹਾਨੀ ਹੋ ਗਈ ਆ ਤੇ ਸੁੰਗੜ ਜਾਣਾ। ਇਹ ਜੀਵ ਇਸ ਤਰ੍ਹਾਂ ਕਰਦਾ, ਕਬੂ ਊਚ ਨੀਚ ਮੈਂ ਬਸੇ, ਕਬੂ ਸੋਗ ਰੰਗ ਹਸੇ, कबू होए बह बड़ राजा, कबू भिखारी नीच का साजा, कबू अपकीर्त में आवे, कबू भला भला कहावे। तो ये जिहड़ा जीव आत्मा हुंदी आ ਉਹਦੇ ਤੇ ਪ੍ਰਭਾਵ ਪੈ ਜਾਂਦਾ ਕਿ ਜੇ ਨਿੰਦਿਆ ਕਰ ਦਿੱਤੀ ਦੁਖੀ ਹੋ ਜਾਣਾ, ਜੇ ਕਿਸੇ ਨੇ ਵਡਿਆਈ ਕਰ ਦਿੱਤੀ ਖੁਸ਼ ਹੋ ਜਾਣਾ। ਪਰ ਵਾਹਿਗੁਰੂ ਪਰਮਾਤਮਾ ਅਗੰਮ ਆ, ਅਗੰਮਤਾ ਤੋਂ ਰਹਿਤ ਆ, ਆਵਾਗਮਨ ਦੇ ਚੱਕਰ ਤੋਂ ਰਹਿਤ ਆ। ਉਸ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਇਸੇ ਕਰਕੇ ਹੀ ਮਹਾਰਾਜ ਇੱਥੇ ਫਿਰ ਇਹ ਉਪਦੇਸ਼ ਕਰਦੇ ਨੇ ਕਿ ਭਾਈ ਉਹਦਾ ਤੇ ਅਨੁਭਵ ਕਰਕੇ ਆਨੰਦ ਲਿਆ ਜਾ ਸਕਦਾ। ਤੋ ਇਹੋ ਹੀ ਵਾਹਿਗੁਰੂ ਪਰਮਾਤਮਾ ਜੀ ਜੀਵ ਨੂੰ ਉਪਦੇਸ਼ ਦਿੰਦੇ ਆ ਕਿ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਕਿ ਉਹ ਕਿੰਨੀ ਦਿਆਲਤਾ ਕਰਦਾ, ਕਿੰਨੀ ਕਿਰਪਾਲਤਾ ਕਰਦਾ। ਨਾ ਸੰਸਾਰ ਵਿੱਚ ਪਰਮਾਤਮਾ ਦਾ ਅੰਤ ਆ, ਨਾ ਮਾਇਆ ਦਾ ਅੰਤ ਆ, ਦੋਵੇਂ ਹੀ ਬੇਅੰਤ ਆ। ਤੋ ਇਸ ਕਰਕੇ ਮਹਾਰਾਜ ਉਪਦੇਸ਼ ਕਰਦੇ ਨੇ ਕਿ ਭਾਈ ਮਨੁੱਖਾ ਦੇਹੀ ਦੇ ਵਿੱਚ ਜਿਸ ਵਖਰ ਕੋ ਲੈਣ ਤੂੰ ਆਇਆ, RAM ਨਾਮ ਸੰਤਨ ਕਰ ਪਾਇਆ। ਕਿ ਜਿਹੜਾ ਮਨੋਰਥ ਤੂੰ ਸੰਸਾਰ ਤੇ ਲੈਣ ਆਇਆ ਸੀਗਾ, ਉਸ ਨੂੰ ਭਾਈ ਮਹਾਂਪੁਰਖਾਂ ਦੀ ਸੰਗਤ ਕਰਕੇ, ਗੁਰੂ ਮਹਾਰਾਜ ਦੇ ਉਪਦੇਸ਼ ਦਾ ਧਿਆਨ ਕਰਕੇ, ਅਭਿਆਸ ਕਰਕੇ ਤੇ ਆਪਣੇ ਸਰੂਪ ਨੂੰ ਪਛਾਣ, ਆਪਣਾ ਜੀਵਨ ਸਫਲਾ ਕਰ, ਸੱਚੀ ਕਿਰਤ ਕਰ ਤੇ ਉਹਦੇ ਤੇ ਨਿਰਵਾਹ ਕਰ ਤੇ ਬਾਕੀ ਦਾ ਧਰਮ ਦੇ ਲੇਖੇ ਆਪਣੀ ਸੇਵਾ ਕਰ, ਆਪਣਾ ਜਨਮ ਸਫਲਾ ਕਰ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।